ਕਿਸਾਨਾਂ ਦਾ ਹਿਤੈਸ਼ੀ ਕੌਣ ਹੈ ਤੇ ਵਿਰੋਧੀ ਕੌਣ, ਇਹ ਸਵਾਲ ਅੱਜਕੱਲ ਸਿਆਸੀ ਸਫਾਂ 'ਚ ਖੂਬ ਗੂੰਜ ਰਿਹਾ। ਮੁੱਦਾ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਦੀ ਆਜ਼ਾਦੀ ਤੇ ਖੁਸ਼ਹਾਲੀ ਦਾ ਦਾਅਵਾ ਕਰ ਜਾਰੀ ਕੀਤੇ ਇਨ੍ਹਾਂ 3 ਕਿਸਾਨ ਆਰਡੀਨੈਂਸਾਂ ਤੇ ਪੰਜਾਬ ਕਾਂਗਰਸ ਵੱਲੋਂ ਕੇਂਦਰ ਸਰਕਾਰ ਦੇ ਇਨ੍ਹਾਂ ਆਰਡੀਨੈਂਸਾਂ ਨੂੰ ਕਿਸਾਨੀ ਦਾ ਗਲਾ ਘੁੱਟਣ ਵਾਲਾ ਕਰਾਰ ਦਿੱਤਾ ਗਿਆ। ਕਿਸਾਨਾਂ ਦੇ ਮੁੱਦੇ ਤੇ ਕੈਪਟਨ ਕੇਂਦਰ ਸਰਕਾਰ ਤੇ ਖੂਬ ਵਰੇ ਨੇ। शांता कुमार जी कमेटी रिपोर्ट उन्होंने कहा सी कि MSP should be done away with and the Food Corporation of India should be done away with. That means MSP ਨੂੰ तो ਚੱਕ ਦਿਓ, ਕੁਛ ਨਹੀਂ जैसे ਚੱਲਦੀ ਹੈ ਮਾਰਕੀਟ ਚੱਲਣ ਦਿਓ। ਉਦੋਂ ਵੀ ਸ਼ਾਂਤਾ ਕੁਮਾਰ ਦੀ ਆਪੋਜੀਸ਼ਨ ਹੋਈ ਸੀ ਇਸ ਰਿਪੋਰਟ 'ਚ। ਸਿਮਿਲਰਲੀ ਇਜ਼ ਨਾਓ। ਤਾਂ ਹੀ ਮੈਂ ਇਹਨਾਂ ਨੂੰ ਅਕਾਲੀਆਂ ਨੂੰ ਕਿਹਾ ਸੀ ਉਹ ਦਿਨ ਕਿ ਤੁਸੀਂ ਆਪਣੀ ਕੋਅਲੀਸ਼ਨ ਵੱਲ ਝਾਕ ਰਹੇ ਹੋ, ਤੁਸੀਂ ਆਪਣੇ ਦਿਲ ਦੀ ਗੱਲ ਪੁੱਛੋ ਕਿ ਅਸਲੀਅਤ ਕੀ ਹੈ। ਫੈਡਰਲ ਸਟਰਕਚਰ ਤਾਂ ਡੇ ਬਾਈ ਡੇ ਸਾਡਾ ਖਤਮ ਕਰ ਰਹੇ ਨੇ। ਦ ਫਾਈਨੈਂਸ਼ੀਅਲ ਪਾਵਰਸ ਹੈਵ ਬੀਨ ਟੇਕਨ ਅਵੇ ਫਰਮ ਅਸ। ਹੁਣ ਐਗਰੀਕਲਚਰ ਦੇ ਵਿੱਚ ਦਖਲ ਦੇਣਾ ਚਾਹੁੰਦੇ ਨੇ, ਹੋਰ ਚੀਜ਼ਾਂ ਪਾਣੀ ਦੇ ਵਿੱਚ ਦਖਲ ਦੇਣਾ ਚਾਹੁੰਦੇ। ਹਰ ਚੀਜ਼ ਤਾਂ ਫਿਰ ਪੰਜਾਬ ਦੀ ਗਵਰਨਮੈਂਟ ਕੋਲ ਜਾਂ ਸਟੇਟ ਗਵਰਨਮੈਂਟਸ ਕੋਲ ਰਹਿ ਕੇ ਜਾਊਗਾ ਸਾਡੇ ਕੋਲ। ਕੇਂਦਰ ਤੋਂ ਬਾਅਦ ਸਾਬਕਾ ਅਕਾਲੀ ਦਲ ਦੀ ਸਰਕਾਰ ਨੂੰ ਵੀ ਕੈਪਟਨ ਨੇ ਕਟਹਿਰੇ 'ਚ ਖੜਾ ਕੀਤਾ। ਇਲਜ਼ਾਮ ਜੜੇ ਕਿ ਕਿਸਾਨਾਂ ਦੇ ਹਿੱਤਾਂ ਨੂੰ ਦਰਕਿਨਾਰ ਕੀਤਾ ਗਿਆ ਕਿਉਂਕਿ ਅਕਾਲੀ ਦਲ ਨੂੰ ਆਪਣੇ ਹਿੱਤ ਜ਼ਿਆਦਾ ਪਿਆਰੇ ਨੇ। ਇਹ ਆਰਡੀਨੈਂਸ जो मिस्टर सुखबीर बादल कह रहे हैं कि आई टेक द गारंटी, हु आर यू टू टेक द गारंटी? यू आर नोबडी। you can it is the government of the day. ਹੁਣ ਇਹ ਆਰਡੀਨੈਂਸ will go to parliament, it will become an act and act ਦੇ ਵਿੱਚ ਜੋ ਮਰਜ਼ੀ ਕਰ ਲੈਣ। ਉਸ ਤੋਂ ਬਾਅਦ ਤੁਸੀਂ MSP ਪਾਸ ਦਾ ਕੈਂਸਲ ਕਰ ਦਿਓ, ਤੁਸੀਂ ਉਹਨੂੰ ਕੱਢ ਦਿਓ। ਕੀ ਕਰਾਂਗੇ ਅਸੀਂ? ਅਕਾਲੀ ਦਲ ਨੂੰ ਤਾਂ ਸੋਚਣਾ ਚਾਹੀਦਾ ਹੈ ਔਰ ਉਹਨਾਂ ਨੂੰ ਤਾਂ ਇਸ ਤੇ ਡਟ ਕੇ ਸਾਡੇ ਨਾਲ ਖੜਨਾ ਚਾਹੀਦਾ ਸੀ ਇਹਦੇ ਖਿਲਾਫ। ਹੁਣ ਕਿਸਾਨ ਯੂਨੀਅਨ ਲੱਗ ਰਹੀਆਂ ਨੇ, ਬਟ ਕਿਸਾਨ ਯੂਨੀਅਨਸ ਬਾਰੇ ਦਿੱਲੀ ਇਜ਼ ਨਾਟ ਇੰਟਰਸਟਿਡ। ਦੇ ਆਰ ਇੰਟਰਸਟਿਡ ਇਨ ਦ ਪੋਲੀਟੀਕਲ ਪਾਰਟੀਜ਼ ਦੇ ਵਿੱਚ ਇਹ ਅਕਾਲੀ ਦਲ ਨੂੰ ਆਪਣਾ ਸਟੈਂਡ ਲੈਣਾ ਚਾਹੀਦਾ ਸੀ। ਮੈਂ ਅੱਜ ਵੀ ਕਹਿ ਰਿਹਾ ਸੁਖਬੀਰ ਬਾਦਲ ਐਂਡ ਉਹਦੀ ਪਾਰਟੀ ਨੂੰ ਕਿ ਤੁਸੀਂ ਆਪਣੀ ਹਰ ਵੇਲੇ ਸੋਚਦੇ ਰਹਿੰਦੇ ਹੋ ਕੋਅਲੀਸ਼ਨ ਐਂਡ ਫਾਰਮਿੰਗ ਗਵਰਨਮੈਂਟਸ ਐਂਡ ਗੈਟਿੰਗ ਸਮ ਮਿਨਿਸਟਰ ਇਨ ਟੂ ਦਿੱਲੀ। ਉਹ ਛੱਡੋ ਕੰਮ, ਪੰਜਾਬ ਦਾ ਸੋਚੋ ਕਿ ਅਗਰ ਇਹ ਗੱਲ ਹੋ ਜੇ ਕਦੇ then God forbid ਪੰਜਾਬ ਪਤਾ ਨਹੀਂ ਕੀ ਹੋ ਜਾਣਾ ਸਾਡੀ ਕਿਸਾਨੀ ਦਾ। ਕਿਸਾਨ ਦਾ ਵੀ ਆਰ ਮੈਜੋਰਿਟੀ ਕਿਸਾਨ ਸਟੇਟ, ਕਿਸਾਨੀ ਦਾ ਸਾਡਾ ਸੂਬਾ ਹੈ। ਪੰਜਾਬ ਦੇ ਕਿਸਾਨੀ ਨਾਲ ਖੜੇ ਆ, ਪਰ ਨਹੀਂ ਕਰਦੇ। ਉਹਨਾਂ ਨੂੰ ਆਪਣੀਆਂ ਨੌਕਰੀਆਂ ਵਗੈਰਾ ਪਿਆਰੀਆਂ ਨੇ, then we can't do anything about it। ਗੱਲ ਇਹ ਹੈ ਔਰ ਅਕਾਲੀ ਦਲ ਬੜੀ ਬੇਸ਼ਰਮੀ ਦੇ ਨਾਲ, ਬੜੀ ਸਪਸ਼ਟਤਾ ਦੇ ਨਾਲ ਇਹਨਾਂ ਆਰਡੀਨੈਂਸਿਸ ਦਾ ਸਪੋਰਟ ਕਰ ਰਿਹਾ ਹੈ। ਪਰ ਮੈਂ ਇੱਕ ਗੱਲ ਕਹਿਣੀ ਚਾਹੂੰਗਾ ਕਿ ਇਹ ਜਿਹੜੇ ਡਰ ਅੱਜ ਚਾਹੇ ਕਿਸਾਨੀ ਹੈ, ਚਾਹੇ ਕਿਸਾਨ ਯੂਨੀਅਨਾਂ ਨੇ ਔਰ ਚਾਹੇ ਜਿਹੜੇ ਖੇਤੀ ਐਕਸਪਰਟ ਨੇ, ਉਹ ਖਦਸ਼ੇ ਜ਼ਾਹਰ ਕਰ ਰਹੇ ਨੇ ਕਿ ਇਹਨਾਂ ਆਰਡੀਨੈਂਸਿਸ ਦੇ ਨਾਲ ਕਿਸਾਨੀ ਜਿਹੜੀ ਬਿਲਕੁਲ ਖਤਮ ਹੋ ਜਾਏਗੀ ਔਰ ਇਹ ਸਹੀ ਵੀ ਨੇ। ਪਰ ਇਹ ਖਦਸ਼ੇ ਨੇ ਜਿਹੜੇ ਉਹ ਮੈਂ ਸੁਖਬੀਰ ਬਾਦਲ ਜੀ ਨੂੰ ਕਹਿਣਾ ਚਾਹੂੰਗਾ, BJP ਨੂੰ ਕਹਿਣਾ ਚਾਹੂੰਗਾ ਕਿ ਕੋਈ ਆਮ ਆਦਮੀ ਪਾਰਟੀ ਨੇ ਕਿਸਾਨਾਂ ਨੇ ਪੈਦਾ ਨਹੀਂ ਕੀਤੇ ਹੈਗੇ। ਇੱਕ ਅੰਗਰੇਜ਼ੀ ਦੀ ਕਹਾਵਤ ਹੈ ਕਿ ਐਕਸ਼ਨ ਸਪੀਕ ਲਾਊਡਰ ਦੈਨ ਵਰਡਸ। ਇਹ ਜਿਹੜੇ ਖਦਸ਼ੇ ਖੜੇ ਹੋਏ ਨੇ ਇਹ ਲੰਮੇ ਸਮੇਂ ਤੋਂ ਕੇਂਦਰ ਦੀ ਸਰਕਾਰਾਂ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਖੜੇ ਹੋਏ ਨੇ। ਸੱਤਾ ਧਿਰ ਅਤੇ ਵਿਰੋਧੀ ਧਿਰ ਦੋਵੇਂ ਹੱਥੀਂ ਨਿਸ਼ਾਨੇ ਸਿੱਧੇ ਅਕਾਲੀ ਦਲ ਤੇ ਸਾਧ ਰਹੀਆਂ ਨੇ। ਪਰ ਅਕਾਲੀ ਦਲ ਦੀ ਸੂਈ ਹੈ ਕਿ 2017 ਚ ਹੋਈ ਸਟੇਟ ਐਗਰੀਕਲਚਰ ਪ੍ਰੋਡਿਊਸ ਮਾਰਕੀਟਸ ਐਕਟ ਅਮੈਂਡਮੈਂਟ ਤੇ ਅਟਕੀ ਹੋਈ ਹੈ ਅਤੇ ਕਾਂਗਰਸ ਤੇ ਗੁੰਮਰਾਹਕੁਨ ਪ੍ਰਚਾਰ ਕਰਨ ਦਾ ਇਲਜ਼ਾਮ ਜੜਿਆ। क्योंकि हमें मालूम है मोदी साहब ऐसा नहीं कर सकते, उन्होंने एश्योरेंस दी है, ये गुमराह कर रहे हैं। अगर वो होगा, मैंने ये भी बोला है, अगर आज भी नहीं 10-15 साल या हमारी सरकार है, हमने श्योर किया जब तक हम हैं ये MSP लागू रहेगी और ये रहेगी। अगर हमारी और भी सरकार आती है जो करने की कोशिश करे, वी विल फाइट इट आउट। MSP द फादर, मैं तो देता द पार्टी विच गॉट MSP इन इंडिया इस श्रोमणी अकाली दल 1967। उदों साडे CM गुरनाम सिंह सी, उन्होंने उदों शुरू लड़ाई लड़ी तो MSP लागू होदी। वी आर द फाउंडर ऑफ MSP। ਪ੍ਰਧਾਨ ਮੰਤਰੀ ਨੇ ਜਦੋਂ ਮਨ ਕੀ ਬਾਤ ਕੀਤੀ ਸੀ ਤਾਂ ਖੇਤੀ ਦੀ ਵੀ ਗੱਲ ਹੋਈ। ਕੇਂਦਰ ਸਰਕਾਰ ਦੇ ਕਿਸਾਨਾਂ ਲਈ ਜਾਰੀ ਆਰਡੀਨੈਂਸਾਂ ਦੀ ਸ਼ਲਾਘਾ ਪ੍ਰਧਾਨ ਮੰਤਰੀ ਨੇ ਇਹ ਕਹਿ ਕੇ ਕੀਤੀ ਕਿ ਖੇਤੀਬਾੜੀ ਖਿੱਤਾ ਕਈ ਦਹਾਕਿਆਂ ਤੋਂ ਲੌਕਡਾਊਨ ਸੀ ਜੋ ਹੁਣ ਅਨਲੌਕ ਹੋਇਆ। अपने कृषि क्षेत्र को देखें तो इस सेक्टर में भी बहुत सारी चीजें दशकों से लॉकडाउन में फंसी थी। इस सेक्टर को भी अब अनलॉक कर दिया गया है। इससे जहां एक तरफ किसानों को अपनी फसल कहीं पर भी
किसी को भी बेचने की आजादी मिली है, वहीं दूसरी तरफ उन्हें अधिक ऋण मिलना भी सुनिश्चित हुआ है। ਕੇਂਦਰ ਸਰਕਾਰ ਦੇ ਵੱਲੋਂ ਕਿਸਾਨਾਂ ਲਈ 3 ਆਰਡੀਨੈਂਸਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਖੇਤੀਬਾੜੀ ਉਤਪਾਦਨ ਵਪਾਰ ਅਤੇ ਵਣਜ ਆਰਡੀਨੈਂਸ 2020 ਕਿਸਾਨਾਂ ਨੂੰ ਆਪਣੀ ਉਪਜ ਕਿਤੇ ਵੀ ਵੇਚਣ ਦੀ ਆਜ਼ਾਦੀ ਹੋਵੇਗੀ। ਈ ਟ੍ਰੇਡਿੰਗ ਦੇ ਜ਼ਰੀਏ ਫਸਲਾਂ ਦੀ ਖਰੀਦ ਵਿਕਰੀ ਹੋ ਸਕੇਗੀ। ਕਿਸਾਨਾਂ ਨੂੰ ਫਸਲਾਂ ਦੀ ਚੰਗੀ ਕੀਮਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਕੇਂਦਰ ਸਰਕਾਰ ਦੀ ਦਲੀਲ ਹੈ ਕਿ 70 ਸਾਲ ਤੋਂ ਕਿਸਾਨ ਇਸ ਦੀ ਮੰਗ ਕਰ ਰਹੇ ਸਨ, ਜੋ ਹੁਣ ਪੂਰੀ ਹੋਈ ਹੈ। ਇਸ ਦੇ ਇਲਾਵਾ ਜ਼ਰੂਰੀ ਵਸਤਾਂ ਐਕਟ 'ਚ ਸੋਧ ਨੂੰ ਮਨਜ਼ੂਰੀ ਦਿੱਤੀ ਗਈ ਹੈ। ਅਨਾਜ, ਤਿਲ, ਦਾਲਾਂ, ਪਿਆਜ਼ ਅਤੇ ਆਲੂ ਹੁਣ ਜ਼ਰੂਰੀ ਵਸਤਾਂ 'ਚ ਨਹੀਂ ਨੇ। ਸਟਾਕ ਲਿਮਿਟ ਨਹੀਂ ਹੈ। ਕਿਸਾਨ ਜਿੰਨਾ ਚਾਹੇ ਉਨਾ ਐਕਸਪੋਰਟ ਜਾਂ ਫਿਰ ਸਟੋਰ ਕਰ ਸਕਦਾ ਹੈ। ਸਿਰਫ ਆਫਤ, ਜੰਗ ਜਾਂ ਫਿਰ ਬਹੁਤ ਜ਼ਿਆਦਾ ਮਹਿੰਗਾਈ ਹੋਣ ਤੇ ਹੀ ਭੰਡਾਰਨ ਤੇ ਬੈਨ ਹੋਵੇਗਾ। ਇਸ ਦੇ ਇਲਾਵਾ ਫਾਰਮਰਜ਼ ਐਗਰੀਮੈਂਟ ਔਨ ਪ੍ਰਾਈਸ ਅਸ਼ੋਰੈਂਸ ਐਂਡ ਫਾਰਮਰ ਸਰਵਿਸਿਜ਼ ਆਰਡੀਨੈਂਸ 2020 ਇਸ ਦੇ ਤਹਿਤ ਕਿਸਾਨ ਤੇ ਵਪਾਰੀ ਖਰੀਦ ਵਿਕਰੀ ਲਈ ਸਮਝੌਤਾ ਕਰ ਸਕਣਗੇ। ਘੱਟੋ ਘੱਟ ਮੁੱਲ ਪਹਿਲਾਂ ਹੀ ਤੈਅ ਹੋਏਗਾ। ਕਿਸਾਨਾਂ ਨੂੰ ਨੁਕਸਾਨ ਹੋਣ ਦਾ ਖਤਰਾ ਨਾ ਹੋਣ ਦੀ ਦਲੀਲ ਦਿੱਤੀ ਗਈ ਹੈ। ਜੇਕਰ ਫਸਲ ਆਉਣ ਤੇ ਕੀਮਤ ਜ਼ਿਆਦਾ ਤਾਂ ਫਾਇਦੇ 'ਚ ਕਿਸਾਨ ਨੂੰ ਵੀ ਹਿੱਸਾ ਮਿਲੇਗਾ। ਵਿਵਾਦ ਹੋਣ ਤੇ ਮਾਮਲਾ ਕੋਰਟ ਵਿੱਚ ਨਹੀਂ ਜਾਏਗਾ, ਸਗੋਂ ਪ੍ਰਸ਼ਾਸਨਿਕ ਪੱਧਰ ਤੇ ਹੀ ਨਿਪਟਾਰਾ ਕੀਤਾ ਜਾਏਗਾ। ਇਨ੍ਹਾਂ ਆਰਡੀਨੈਂਸਾਂ ਨੂੰ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਨੋਟੀਫਾਈ ਵੀ ਕਰ ਦਿੱਤਾ ਗਿਆ ਹੈ। ਕੇਂਦਰ ਸਰਕਾਰ ਦੇ ਬੁਲਾਰੇ ਨੇ ਵੱਡੇ ਦਾਅਵੇ ਕੀਤੇ ਨੇ ਕਿ ਕਿਸਾਨ ਹੁਣ ਆਪਣੀਆਂ ਫਸਲਾਂ ਕਿਸੇ ਵੀ ਸੂਬੇ 'ਚ ਲਿਜਾ ਕੇ ਵੇਚ ਸਕਣਗੇ। ਈ ਟ੍ਰੇਡਿੰਗ ਰਾਹੀਂ ਆਪਣੀ ਫਸਲ ਦਾ ਅਗਾਊਂ ਸੌਦਾ ਸਿੱਧਾ ਵਪਾਰੀ ਨਾਲ ਕਰ ਸਕਣਗੇ। ਇੰਸਪੈਕਟਰੀ ਰਾਜ ਜਾਂ ਫਿਰ ਵਿਚੋਲੇ ਦੀ ਭੂਮਿਕਾ ਖਤਮ ਕਰ ਦਿੱਤੀ ਗਈ ਹੈ, ਪਰ ਕਿਸਾਨਾਂ ਨੂੰ ਵੀ ਅਜੇ ਇਸ 'ਚ ਕੋਈ ਖਾਸ ਭਲਾ ਦਿਖਾਈ ਨਹੀਂ ਦੇ ਰਿਹਾ। ਜ਼ਿਆਦਾਤਰ ਕਿਸਾਨ ਖਫਾ ਹੀ ਨੇ। ਇਲਜ਼ਾਮ ਤਰਾਸ਼ੀਆਂ ਤੇ ਕਿਸਾਨਾਂ ਦਾ ਪੱਖ ਪੂਰਨ ਦਾ ਦਾਅਵਾ ਹਰ ਪਾਰਟੀ ਕਰ ਰਹੀ ਹੈ, ਪਰ ਸਵਾਲ ਤਾਂ ਇਹ ਹੈ ਕਿ ਕਿਸਾਨਾਂ ਦੇ ਨਾਮ ਤੇ ਕੀ ਮਹਿਜ਼ ਸਿਆਸਤ ਹੋ ਰਹੀ ਹੈ ਜਾਂ ਫਿਰ ਸੱਚ ਵਿੱਚ ਹੀ ਕਿਸਾਨਾਂ ਦੇ ਨਾਲ ਸਰਕਾਰਾਂ ਨੂੰ ਹਮਦਰਦੀ ਹੈ।